ਇਨਸਾਨ ਦੀ ਹਮੇਸ਼ਾ ਤੋਂ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣਾ ਸਟੇਟਸ ਕੋ ਮੇਨਟੇਨ ਰੱਖੇ। ਮਤਲਬ ਜਿਹੜੀ ਵੀ ਉਹ ਕਲਾਸ 'ਚ ਬਿਲੋਂਗ ਕਰਦਾ ਉਹ ਉਹਨੂੰ ਮੇਨਟੇਨ ਰੱਖੇ। ਜਾਂ ਕੁਛ ਹੁੰਦੇ ਨੇ ਜਿਹੜੇ ਐਕਸਟਰਾਆਰਡੀਨਰੀ ਬੰਦੇ, ਉਹ ਆਪਣੀ ਕਲਾਸ ਚੇਂਜ ਕਰ ਦਿੰਦੇ। ਫਾਰ ਐਗਜ਼ਾਮਪਲ, ਅਗਰ ਕੋਈ ਇਹ ਤਾਂ ਰੱਬ ਦੀ ਨਜ਼ਰ ਸਵੱਲੀ ਹੈ ਕਿ ਉਹ ਕਿਸੇ ਕੂੜੇ ਤੋਂ ਚੁੱਕ ਕੇ ਕਿਸੇ ਨੂੰ ਲੱਖਪਤੀ ਬਣਾ ਦੇ, ਕਰੋੜਪਤੀ ਬਣਾ ਦੇ, ਬਿਲੀਅਨਰ ਬਣਾ ਦੇ, ਜੋ ਮਰਜ਼ੀ ਬਣਾ ਦੇ। ਇਹ ਤਾਂ ਰੱਬ ਦੀ ਨਜ਼ਰ ਸਵੱਲੀ, ਕਿਉਂਕਿ ਉਹੀ ਰੂੜੀਆਂ 'ਤੇ ਵੀ ਉਹਦੇ ਹੁਕਮ ਨਾਲ ਰਹਿਮਤਾਂ ਵਸਦੀਆਂ ਅਤੇ ਮਹਿਲਾਂ 'ਚ ਵੀ ਉਹਦੇ ਹੁਕਮ ਨਾਲ ਰਹਿਮਤਾਂ ਬਰਸਦੀਆਂ। ਗੱਲ ਕਰਨ ਦਾ ਮਕਸਦ ਇਹ ਕਿ ਅਸੀਂ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਜਿਹੜੇ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਮਿਡਲ ਕਲਾਸ 'ਚ ਨਹੀਂ ਹੁੰਦੇ, ਅਸੀਂ ਲੋਅਰ ਮਿਡਲ ਕਲਾਸ 'ਚ ਹੁੰਦੇ ਹਾਂ। ਉਹ ਕਿਵੇਂ? ਮਤਲਬ ਸਾਡਾ ਹੈਂਡ ਟੂ ਮਾਊਥ ਗੁਜ਼ਾਰਾ ਹੁੰਦਾ ਹੈ ਪੂਰਾ ਮਹੀਨਾ। ਅਸੀਂ ਇਹਦੇ ਵਿੱਚ ਉਹ ਨਹੀਂ ਕਹਿ ਸਕਦੇ ਕਿ ਅਸੀਂ ਮਤਲਬ ਬਸ ਜੀ ਇੰਝ ਹੋ ਗਿਆ, ਉਹ ਹੋ ਗਿਆ, ਬਸ ਠੀਕ ਹੈ, ਅੱਲਾ ਦਾ ਸ਼ੁਕਰ ਹੈ। ਇਹਦੇ 'ਚ ਵੀ ਅੱਲਾ ਦਾ ਸ਼ੁਕਰ ਹੈ, ਇਹਦੇ ਵਿੱਚ ਅੱਲਾ ਪਾਕ ਦਾ ਬੜਾ ਕਰਮ ਹੈ। ਕਈ ਲੋਕਾਂ ਕੋਲ ਇਹ ਵੀ ਨਹੀਂ ਹੈ। ਲੇਕਿਨ ਗੱਲ ਕਰਨ ਦਾ ਮਕਸਦ ਇਹ ਕਿ ਦੂਸਰਾ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਇਨਸਾਨ ਮੇਨਟੇਨ ਕਰਦਾ ਕਰਦਾ ਅਗਾਂਹ ਚਲਾ ਜਾਂਦਾ। ਉੱਥੇ ਜਾ ਕੇ ਪਤਾ ਚੱਲਦਾ ਲੈ ਜਿਹੜਾ ਕੰਮ ਕਰਨਾ ਸੀ ਉੱਥੇ ਕੀਤਾ ਹੀ ਨਹੀਂ। ਕਈ ਅੱਲਾ ਪਾਕ ਦੀ ਜਿਨ੍ਹਾਂ ਦੀ ਉਹੀ ਗੱਲ ਫੇਰ ਆ ਜਾਂਦੀ ਕਿ ਅੱਲਾ ਦੀ ਨਜ਼ਰ ਸਵੱਲੀ ਹੋਏ ਅਤੇ ਉਹ ਕਿਸੇ ਨੂੰ ਆਪਣੀ ਰਹਿਮਤ ਦੇ ਨਾਲ, ਆਪਣੀ ਮੁਹੱਬਤ ਦੇ ਨਾਲ ਉਹਦੇ ਦਿਲ ਨੂੰ ਭਰ ਦਿੰਦਾ। ਉਹਦੇ ਵਾਸਤੇ ਦੁਨੀਆ ਮਾਨ ਹੀ ਨਹੀਂ ਰੱਖਦੀ। ਲੇਕਿਨ ਫਿਰ ਵੀ ਤੁਸੀਂ ਕਦੇ ਗੌਰ ਕੀਤਾ ਕਿ ਜੀਣ ਲਈ ਹਰ ਬੰਦੇ ਨੂੰ ਸਾਰੇ ਦੀ ਜ਼ਰੂਰਤ ਹੈ। ਨਾ ਪੈਸਾ ਨਹੀਂ ਹੈ ਬੰਦੇ ਕੋਲ ਤਾਂ ਬੰਦੇ ਦੀ ਰੋਟੀ ਪਾਣੀ ਬਸ। ਲੇਕਿਨ ਜੇ ਅਗਰ 2 ਵਕਤ ਦੀ ਰੋਟੀ ਬੰਦਾ ਖਾਂਦਾ ਹੋ ਜਾਏ ਇੱਜ਼ਤ ਨਾਲ, ਇਮਾਨ ਨਾਲ, ਤਾਂ ਉਹਦਾ ਸ਼ੁਕਰ ਅਦਾ ਕਰਨਾ ਚਾਹੀਦਾ ਅਤੇ ਅੱਲਾ ਪਾਕ ਦਾ ਹਮੇਸ਼ਾ ਸ਼ੁਕਰ ਅਦਾ ਕਰਦੇ ਰਿਹਾ ਕਰੋ। ਬਾਕੀ ਊਂਚ ਨੀਚ ਤਾਂ ਜ਼ਿੰਦਗੀ ਦਾ ਹਿੱਸਾ ਹੈ। ਬਸ ਸਿਹਤ ਤੰਦਰੁਸਤੀ ਹੋਵੇ, ਮਾਂ ਬਾਪ ਨੂੰ ਔਲਾਦ ਦਾ ਦੁੱਖ ਨਾ ਅੱਲਾ ਪਾਕ ਵਿਖਾਏ। ਇਹ ਜਦੋਂ ਅਸੀਂ ਆਪ ਮਾਂ ਬਾਪ ਬਣੇ ਉਦੋਂ ਚੀਜ਼ਾਂ ਨੂੰ ਸਮਝ 'ਚ ਆਈਆਂ। ਜਦੋਂ ਆਪਣੇ ਵਾਲਦੈਨ ਦੁਆਵਾਂ ਕਰਦੇ ਸੀ ਕਿ ਸਾਨੂੰ ਔਲਾਦ ਦਾ ਦੁੱਖ ਨਾ ਦਿਖਾਇਓ, ਉਹ ਤਾਂ ਕਿਤੇ ਸੀ ਪਤਾ ਨਹੀਂ ਕੀ ਮਤਲਬ ਇਸ ਗੱਲ ਦਾ। ਲੇਕਿਨ ਹੁਣ ਆਪਣੇ ਬੱਚਿਆਂ ਦੇ ਪੈਰਾਂ 'ਚ ਕੰਡਾ ਵੀ ਵੱਜਣ ਤਾਂ ਐਵੇਂ ਲੱਗਦਾ ਜਿਵੇਂ ਕਿਸੇ ਨੇ ਇੱਕ ਵਾਰੀ ਅਤੇ ਬਸ ਨਾ ਰੂਹ ਹੀ ਖਿੱਚ ਲਈ ਹੈ ਕਿ ਇਹ ਵੀ ਬੱਚੇ ਨੂੰ ਜਿਹੜੇ ਦਰਦ ਆਉਣੀ ਸੀ ਸਾਨੂੰ ਆਏ ਦੀ ਉਹਨੂੰ ਕਿਉਂ ਆਈ ਹੈ। ਅੱਲਾ ਪਾਕ ਮਾਫ਼ ਕਰੇ, ਅੱਲਾ ਕਿਸੇ ਨੂੰ ਵੀ ਦਰਦ ਦੇਵੇ। ਅੱਲਾ ਪਾਕ ਬੇਸ਼ੱਕ ਅੱਲਾ ਆਖਦਾ ਕਿ ਮੇਰੇ ਕੋਲ ਤੁਸੀਂ ਮੇਰੀ ਰਹਿਮਤ ਮੰਗੋ, ਤੁਸੀਂ ਕਦੀ ਮੇਰੇ ਆਪਣੇ ਵਾਸਤੇ ਮੇਰੇ ਕੋਲ ਬਦੁਆ ਨਾ ਮੰਗੋ, ਕਦੀ ਬੁਰੀ ਚੀਜ਼ ਨਾ ਮੰਗੋ। ਜਿੱਦਾਂ ਤੁਹਾਨੂੰ ਤਕਲੀਫ ਹੋਏ, ਦੁੱਖ ਹੋਵੇ, ਤਾਂ ਤੁਸੀਂ ਅੱਲਾ ਪਾਕ ਦੀ ਰਹਿਮਤ ਦੇ ਮੁਤਾਬਕ, ਉਹਦੀ ਅਜ਼ਮਤ ਦੇ ਮੁਤਾਬਕ ਉਹਦੇ ਕੋਲ ਮੰਗਿਆ ਕਰੋ, ਖੁਸ਼ ਰਿਹਾ ਕਰੋ। ਅੱਲਾ ਪਾਕ ਤੁਹਾਨੂੰ ਆਬਾਦ ਰੱਖੇ ਅਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।